संतां के कारज आप खलोया, संतां के कारज हर कम करावण आया राम। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਖੀ ਨੰਬਰ 21। ਹਰ ਕੇ ਚਰਨ ਜਪ ਜਾਓ ਕੁਰਬਾਨ, ਗੁਪਤ ਸੇਵਾ ਹੋਣਾ। 14 ਵਿਸਾਖ ਬਿਕਰਮੀ 1980 ਨੂੰ ਹਜ਼ੂਰ ਬਾਬਾ ਮਹਾਂ ਹਰਨਾਮ ਸਿੰਘ ਜੀ ਮਹਾਰਾਜ ਆਪਣੇ ਆਸਨ ਉੱਤੇ ਬੈਠੇ ਸਨ ਕਿ ਬੈਠੇ ਬੈਠੇ ਹੀ ਕੁਝ ਆਰਾਮ ਵਿੱਚ ਹੋ ਗਏ। ਸਵੇਰੇ 10 ਕੁ ਵਜੇ ਦਾ ਸਮਾਂ ਸੀ। ਉਹਨਾਂ ਦੀ ਹਜ਼ੂਰੀ ਵਿੱਚ ਨੰਬਰਦਾਰ ਮਹਾਂ ਸਿੰਘ ਧਰਮ ਸਿੰਘ ਪਟਿਆਲੇ ਵਾਲਾ, ਨੀਲਾ ਸਿੰਘ, ਮਾਈ ਮਾਨ ਕੌਰ ਬੇਗੇ ਵਾਲੀ ਅਤੇ ਹੋਰ ਸੰਗਤ ਬੈਠੀ ਸੀ। ਅਚਾਨਕ ਬਾਬਾ ਜੀ ਨੇ ਨੇਤਰ ਖੋਲ੍ਹੇ ਤਾਂ ਉੱਠ ਕੇ ਬੈਠ ਗਏ ਅਤੇ ਬਚਨ ਕਰੇ ਕਿ ਚਰਨ ਤੁਹਾਡੇ ਵਿੱਚੋਂ ਕਿਸ ਨੇ ਦਬਾਏ ਹਨ ਜਦ ਅਸੀਂ ਆਰਾਮ ਵਿੱਚ ਸੀ। ਸਾਰੇ ਹੈਰਾਨ ਹੋ ਕੇ ਇੱਕ ਦੂਜੇ ਵੱਲ ਦੇਖਣ ਲੱਗੇ ਕਿ ਕਿਸੇ ਨੇ ਵੀ ਬਾਬਾ ਜੀ ਦੇ ਚਰਨ ਨਹੀਂ ਦਬਾਏ, ਸਭ ਆਪਣੀ ਜਗ੍ਹਾ ਪਰ ਹੀ ਬੈਠੇ ਰਹੇ ਹਨ। ਸੇਵਕਾਂ ਨੇ ਕਿਹਾ, ਮਹਾਰਾਜ, ਬਾਬਾ ਜੀ, ਅਸੀਂ ਕਿਸੇ ਨੇ ਚਰਨ ਨਹੀਂ ਦਬਾਏ। ਬਾਬਾ ਜੀ ਨੇ ਫਰਮਾਇਆ ਕਿ ਆਰਾਮ ਕਰਦੇ ਸਮੇਂ ਜਿਸ ਨੇ ਸਾਡੇ ਚਰਨ ਦਬਾਏ ਸਨ ਉਸ ਦੇ ਹਸਤ ਪੁਸ਼ਟ ਅਤੇ ਬਲਵਾਨ ਸਨ। ਕੋਈ ਸੱਚੀ ਪ੍ਰੀਤ ਵਾਲੇ ਨੇ ਅੰਤਰ ਧਿਆਨ ਹੋ ਕੇ ਮਹਾਂਪੁਰਸ਼ਾਂ ਦੇ ਚਰਨ ਆਪਣੇ ਹਿਰਦੇ ਵਿੱਚ ਘੁੱਟੇ ਹੋਣਗੇ, ਜੋ ਬਾਬਾ ਜੀ ਜਾਣ ਗਏ ਅਤੇ ਬਚਨ ਕਰਕੇ ਚੁੱਪ ਕਰ ਗਏ। ਦਾਸਾਂ ਕਾ ਦਾਸ ਵਿਰਲਾ ਕੋਈ ਹੋਏ, ਉੱਤਮ ਪਦਵੀ ਪਾਏ ਸੋਏ। ਰਹਾਉ ਏਕੋ ਸੇਵ ਅਵਰ ਨ ਕੋਏ, ਜਿਤ ਸੇਵਿਆਂ ਸਦਾ ਸੁਖ ਹੋਏ। ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੈ। ਸੰਤ ਧੰਨਾ ਸਿੰਘ ਜੀ ਭਾਈ ਰੂਪੇ ਵਾਲਿਆਂ ਦੀ ਵਾਰਤਾ। ਰਿਆਸਤ ਨਾਭਾ ਦੇ ਇਲਾਕੇ ਵਿੱਚ ਪਿੰਡ ਭਾਈ ਰੂਪਾ, ਤਹਿਸੀਲ ਫੂਲ ਪੈਂਦਾ ਹੈ। ਇੱਥੇ ਮਹਾਂਪੁਰਸ਼ ਸੰਤ ਧੰਨਾ ਸਿੰਘ ਜੀ ਬਿਰਾਜਦੇ ਸਨ। ਇਹਨਾਂ ਦੀ ਬਾਬਾ ਮਹਾਂ ਹਰਨਾਮ ਸਿੰਘ ਜੀ ਪ੍ਰਤੀ ਅਥਾਹ ਸ਼ਰਧਾ ਸੀ। ਇੱਕ ਵਾਰ ਕਿਸੇ ਤਰ੍ਹਾਂ ਜੈਲਦਾਰ ਭਾਈ ਰੂਪੇ ਵਾਲੇ ਦੀ ਸੰਤ ਧੰਨਾ ਸਿੰਘ ਜੀ ਨਾਲ ਨਾਰਾਜ਼ਗੀ ਹੋ ਗਈ। ਰਾਜੇ ਪਾਸ ਡਿਓੜੀ ਮੁਬਾਰਕ ਹਾਜ਼ਰ ਹੋ ਕੇ ਸੰਤਾਂ ਦੀ ਸ਼ਿਕਾਇਤ ਕਰੀ ਕਿ ਇਹਨਾਂ ਦਾ ਵਤੀਰਾ ਰਿਆਸਤ ਲਈ ਠੀਕ ਨਹੀਂ, ਕਿਉਂ ਨਾ ਇਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ। ਬਾਦਸ਼ਾਹ ਅਕਸਰ ਕੰਨਾਂ ਦੇ ਕੱਚੇ ਹੁੰਦੇ ਹਨ। ਮਹਾਰਾਜਾ ਨੇ ਕਿਹਾ, ਅਸੀਂ ਥਾਣੇਦਾਰ ਨੂੰ ਹੁਕਮ ਭੇਜ ਦਿੰਦੇ ਹਾਂ ਕਿ ਸੰਤ ਧੰਨਾ ਸਿੰਘ ਨੂੰ ਹੱਥ ਕੜੀ ਲਾ ਕੇ ਸਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹਾਂ, ਜੇਕਰ ਧੰਨਾ ਸਿੰਘ ਵਿੱਚ ਕੋਈ ਕਸੂਰ ਨਾ ਨਿਕਲਿਆ ਤਾਂ ਹੱਥ ਕੜੀ ਤੈਨੂੰ ਲਾਈ ਜਾਏਗੀ। ਮਹਾਰਾਜ ਸੰਤਾਂ ਦੀ ਰੂਹਾਨੀ ਤਾਕਤ ਦਾ ਤਾਂ
ਮੈਨੂੰ ਪਤਾ ਨਹੀਂ, ਪਰ ਉਹਨਾਂ ਕੋਲ ਕੋਈ ਭਗਵਾਂ ਕੱਪੜਾ ਜਾਂ ਕੋਈ ਹੋਰ ਚਿੰਨ੍ਹ ਨਿਸ਼ਾਨੀ ਸੰਤਾਂ ਵਾਲੀ ਨਹੀਂ ਹੈ। ਜੈਲਦਾਰ ਨੇ ਕਿਹਾ। ਮਹਾਰਾਜੇ ਵੱਲੋਂ ਥਾਣੇਦਾਰ ਨੂੰ ਹੁਕਮ ਭੇਜ ਦਿੱਤਾ ਗਿਆ। ਉਹ ਆਪਣੇ ਮਾਮਲੇ ਸਮੇਤ ਸੰਤਾਂ ਦੇ ਅਸਥਾਨ ਦਾ ਪਤਾ ਕਰਕੇ ਪਹੁੰਚ ਗਿਆ। ਸੰਤਾਂ ਕੋਲ ਇੱਕ ਨੰਬਰਦਾਰ ਬੈਠਾ ਸੀ, ਥਾਣੇਦਾਰ ਦੀ ਜਾਣ ਪਛਾਣ ਵਾਲਾ। ਥਾਣੇਦਾਰ ਨੇ ਨੰਬਰਦਾਰ ਨੂੰ ਪੁੱਛਿਆ, ਸੰਤ ਧੰਨਾ ਸਿੰਘ ਜੀ ਕਿੱਥੇ ਹਨ? ਨੰਬਰਦਾਰ ਨੇ ਜਵਾਬ ਦਿੱਤਾ ਕਿ ਇਹੀ ਸੰਤ ਧੰਨਾ ਸਿੰਘ ਜੀ ਹਨ ਜਿਨ੍ਹਾਂ ਪਾਸ ਮੈਂ ਬੈਠਾ ਹਾਂ। ਥਾਣੇਦਾਰ ਨੇ ਨੰਬਰਦਾਰ ਨੂੰ ਮਹਾਰਾਜੇ ਦਾ ਹੁਕਮ ਸੁਣਾਇਆ। ਨੰਬਰਦਾਰ ਕਹਿਣ ਲੱਗਾ, ਥਾਣੇਦਾਰ ਸਾਹਿਬ, ਤੁਸੀਂ ਮੇਰੇ ਘਰ ਚੱਲੋ, ਪ੍ਰਸ਼ਾਦਾ ਪਾਣੀ ਛਕੋ ਅਤੇ ਕੁਝ ਦੇਰ ਲਈ ਰੁਕ ਜਾਓ ਅਤੇ ਆਰਾਮ ਕਰੋ। ਮੈਂ ਸੰਤਾਂ ਦੇ ਗੁਰਦੇਵ ਭੁੱਚੋ ਵਾਲਿਆਂ ਨੂੰ ਇਹ ਮਹਾਰਾਜੇ ਦੇ ਹੁਕਮ ਬਾਰੇ ਦੱਸ ਆਵਾਂ। ਥਾਣੇਦਾਰ ਸਾਹਿਬ, ਇਹ ਕੋਈ ਆਮ ਮਾਮੂਲੀ ਸਾਧ ਨਹੀਂ ਹੈ, ਆਪਣੀ ਸ਼ਕਤੀ ਵਿੱਚ ਸੰਪੂਰਨ ਹੈ। ਐਵੇਂ ਕੋਈ ਅਸ਼ੁਭ ਬਚਨ ਨਾ ਹੋ ਜਾਣ। ਥਾਣੇਦਾਰ ਇਹ ਸੁਣ ਕੇ ਨੰਬਰਦਾਰ ਦੇ ਘਰ ਚਲਾ ਗਿਆ ਅਤੇ ਨੰਬਰਦਾਰ ਦੀ ਉਡੀਕ ਕਰਨ ਲੱਗਾ। ਨੰਬਰਦਾਰ ਉਸੇ ਵੇਲੇ ਹੀ ਘੋੜੇ ਉੱਪਰ ਸਵਾਰ ਹੋ ਕੇ ਹਜ਼ੂਰ ਬਾਬਾ ਮਹਾਹਰਨਾਮ ਸਿੰਘ ਜੀ ਕੋਲ ਭੁੱਚੋ ਪਹੁੰਚ ਗਿਆ। ਹੁਣ ਆਗਿਆ ਲੈ ਕੇ ਟਿੱਲਾ ਸਾਹਿਬ ਉੱਪਰ ਪਹੁੰਚ ਕੇ ਮੱਥਾ ਟੇਕਿਆ ਅਤੇ ਬੇਨਤੀ ਕਰਨ ਲੱਗਾ, ਮਹਾਰਾਜ ਜੀ, ਮੈਂ ਭਾਈ ਰੂਪੇ ਤੋਂ ਸੰਤ ਧੰਨਾ ਸਿੰਘ ਜੀ ਕੋਲੋਂ ਆਇਆ ਹਾਂ। ਮਹਾਰਾਜਾ ਨਾਭਾ ਨੇ ਥਾਣੇਦਾਰ ਫੂਲ ਨੂੰ ਭੇਜਿਆ ਹੈ ਕਿ ਸੰਤ ਧੰਨਾ ਸਿੰਘ ਨੂੰ ਹੱਥਕੜੀ ਲਾ ਕੇ ਮੇਰੇ ਦਰਬਾਰ ਵਿੱਚ ਪੇਸ਼ ਕੀਤਾ ਜਾਵੇ। ਉਹ ਸੰਤਾਂ ਨੂੰ ਲੈਣ ਆਇਆ ਹੈ। ਮੈਂ ਉਸ ਨੂੰ ਰੋਕ ਕੇ ਆਇਆ ਹਾਂ ਕਿ ਮੈਂ ਇਹਨਾਂ ਸੰਤਾਂ ਦੇ ਗੁਰੂਦੇਵ ਭੁੱਚੋ ਵਾਲਿਆਂ ਕੋਲ ਖਬਰ ਕਰਕੇ ਆਉਂਦਾ ਹਾਂ। ਫਿਰ ਜੋ ਤੇਰੀ ਇੱਛਾ ਹੈ ਉਹ ਕਾਰਵਾਈ ਕਰੀ। ਹੁਣ ਮਹਾਰਾਜ ਜੀ ਕੀ ਹੁਕਮ ਹੈ? ਬਾਬਾ ਜੀ ਨੇ ਨੰਬਰਦਾਰ ਨੂੰ ਕੁਝ ਰੁਪਏ ਦਿੱਤੇ ਅਤੇ ਹੁਕਮ ਫਰਮਾਇਆ ਕਿ ਭੁੱਚੋ ਸਟੇਸ਼ਨ 'ਤੇ ਪਹੁੰਚ ਕੇ ਮਹਾਰਾਜਾ ਨਾਭੇ ਨੂੰ ਤਾਰ ਭੇਜ ਕੇ ਪਤਾ ਕਰੋ ਕਿ ਤੁਹਾਡੇ ਟਿੱਕਾ ਰੂਪਦਮਨ ਸਿੰਘ ਦੀ ਕੀ ਹਾਲਤ ਹੈ। ਤਾਰ ਦਾ ਜਵਾਬ ਲੈ ਕੇ ਹੀ ਵਾਪਸ ਆਉਣਾ। ਭੁੱਚੋ ਮੰਡੀ ਰੇਲਵੇ ਸਟੇਸ਼ਨ ਤੋਂ ਨੰਬਰਦਾਰ ਨੇ ਤਾਰ ਭੇਜੀ। ਜਵਾਬ ਵਿੱਚ ਮਹਾਰਾਜੇ ਨੇ ਪੁੱਛਿਆ ਕਿ ਸੰਤਾਂ ਦਾ ਟਿੱਕਾ ਦੀ ਹਾਲਤ ਪੁੱਛਣ ਦਾ ਕੀ ਮਤਲਬ ਹੈ। ਜਵਾਬ ਸੁਣ ਕੇ ਨੰਬਰਦਾਰ ਨੂੰ ਬਾਬਾ ਜੀ ਨੇ ਹੋਰ ਰੁਪਏ ਦੇ ਕੇ ਨਾਭੇ ਸਮਝਾ ਕੇ ਭੇਜ ਦਿੱਤਾ ਕਿ ਤੁਸੀਂ ਸਾਡੇ ਚਾਟੜੇ ਧੰਨਾ ਸਿੰਘ ਦੇ ਹੱਥ ਕੜੀ ਲਾਉਣ ਦਾ ਹੁਕਮ ਭੇਜਿਆ ਹੈ। ਤੁਹਾਡੇ ਟਿੱਕੇ ਦੇ ਪਹਿਲਾਂ ਹੀ ਹੱਥ ਕੜੀ ਲੱਗੀ ਪਈ ਹੈ। ਰੇਲ ਗੱਡੀ ਰਾਹੀਂ ਨੰਬਰਦਾਰ ਨਾਭੇ ਪਹੁੰਚ ਗਿਆ ਅਤੇ ਮਹਾਰਾਜੇ ਨੂੰ ਮਿਲ ਕੇ ਹਜ਼ੂਰ ਬਾਬਾ ਜੀ ਦੇ ਬਚਨ ਸੁਣਾ ਦਿੱਤੇ। ਮਹਾਰਾਜ ਜੀ, ਬਾਬਾ ਜੀ ਨੇ ਬਚਨ ਕੀਤਾ ਹੈ ਕਿ ਅੱਗੇ ਲਈ
ਤੁਸੀਂ ਜਿਹੋ ਜਿਹਾ ਬੁਰਾ ਸਲੂਕ ਤੁਸੀਂ ਸਾਡੇ ਚਾਟੜੇ ਨਾਲ ਕਰੋਗੇ, ਉਹੀ ਤੁਹਾਡੇ ਟਿੱਕਾ ਸਾਹਿਬ ਨਾਲ ਹੋਵੇਗਾ। ਮਹਾਰਾਜੇ ਨੇ ਬਾਬਾ ਜੀ ਦੀ ਰਹਿਤ ਬਾਰੇ ਜਾਣਕਾਰੀ ਲੈ ਕੇ ਕਿਹਾ, ਮੱਝਾਂ ਦਾ ਦੁੱਧ ਪੀ ਪੀ ਕੇ ਸਾਧਾਂ ਦੀ ਅਕਲ ਮੋਟੀ ਹੋ ਜਾਂਦੀ ਹੈ। ਇਹ ਨਹੀਂ ਹੋ ਸਕਦਾ, ਮੈਂ ਦੇਖਦਾ ਹਾਂ। ਜਦ ਮਹਾਰਾਜਾ ਟਿੱਕਾ ਦੇ ਕੋਲ ਗਿਆ ਤਾਂ ਉਹ ਸੱਚਮੁੱਚ ਹੀ ਹੱਥ ਘੜੀਆਂ ਵਿੱਚ ਜਕੜਿਆ ਹੋਇਆ ਸੀ। ਮਹਾਰਾਜਾ ਉਸੇ ਵੇਲੇ ਸਮਝ ਗਿਆ ਕਿ ਇਹ ਤਾਂ ਸੰਤ ਮਹਾਤਮਾ ਪਰਮਾਤਮਾ ਦਾ ਰੂਪ ਹੀ ਹਨ, ਭੁੱਲ ਬਖਸ਼ਾਈ ਜਾਵੇ। ਉਸੇ ਵੇਲੇ ਆਪਣਾ ਭੇਜਿਆ ਹੋਇਆ ਹੁਕਮ ਵਾਪਸ ਲੈ ਲਿਆ ਅਤੇ ਨੰਬਰਦਾਰ ਨੂੰ ਕਹਿਣ ਲੱਗਾ, ਬਾਬਾ ਜੀ ਮਹਾਰਾਜ ਨੂੰ ਸਾਡੇ ਵੱਲੋਂ ਮੱਥਾ ਟੇਕਣਾ ਤੇ ਕਹਿਣਾ ਹੁਕਮ ਵਾਪਸ ਲੈ ਲਿਆ ਹੈ। ਹੁਣ ਅਸੀਂ ਛੇਤੀ ਹੀ ਹਜ਼ੂਰ ਬਾਬਾ ਜੀ ਦੇ ਦਰਸ਼ਨ ਕਰਨ ਆਵਾਂਗੇ। ਸ਼ਲੋਕ ਮਹੱਲਾ ਤੀਜਾ। ਇਹ ਜਲ ਸਭ ਤੇ ਵਰਸਤਾ, ਵਰਸੇ ਭਾਈ ਸੁਭਾਏ। ਸੇ ਬਿਰਖਾਂ ਹਰਿਆਵਲੇ, ਜੋ ਗੁਰਮੁਖ ਰਹੇ ਸਮਾਏ। ਨਾਨਕ ਨਦਰੀ ਸੁਖ ਹੋਏ, ਇਹਨਾਂ ਜਨਤਾ ਕਾ ਦੁਖ ਜਾਏ। ਨੰਬਰਦਾਰ ਨਾਭੇ ਤੋਂ ਵਾਪਸ ਆਇਆ ਅਤੇ ਸਾਰੀ ਵਾਰਤਾ ਬਾਬਾ ਜੀ ਨੂੰ ਜਾ ਸੁਣਾਈ ਅਤੇ ਆਗਿਆ ਲੈ ਕੇ ਭਾਈ ਰੂਪੇ ਚਲਾ ਗਿਆ। ਇੱਧਰ ਹਜ਼ੂਰ ਬਾਬਾ ਜੀ ਨੇ ਭੇਜੀ ਹੋਈ ਸ਼ਕਤੀ ਵਾਪਸ ਲੈ ਲਈ। ਕੁਝ ਦਿਨਾਂ ਬਾਅਦ ਮਹਾਰਾਜਾ ਹੀਰਾ ਸਿੰਘ ਜੀ ਨਾਭਾ ਦਰਸ਼ਨਾਂ ਲਈ ਆਇਆ। ਹਜ਼ੂਰ ਬਾਬਾ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਅਤੇ ਬਚਨ ਸੁਣਾਉਣ ਤੋਂ ਬਾਅਦ 100 ਰੁਪਏ ਭੇਟਾ ਕਰ ਗਿਆ। ਉਸ ਦੇ ਜਾਣ ਤੋਂ ਬਾਅਦ ਬਾਬਾ ਜੀ ਮਹਾਰਾਜ ਨੇ 5 ਰੁਪਏ ਖਜ਼ਾਨੇ ਵਿੱਚੋਂ ਲਿਆ ਕੇ 105 ਕਰਕੇ ਵਾਪਸ ਭੇਜ ਦਿੱਤੇ। ਇਸ ਤਰ੍ਹਾਂ 5 ਸਾਲ 100 ਰੁਪਏ ਦੇ ਬਦਲੇ 105 ਰੁਪਏ ਮੋੜਦੇ ਰਹੇ। ਫਿਰ 100 ਰੁਪਏ ਦੇ 100 ਹੀ ਮੋੜਦੇ ਰਹੇ। ਸੰਤ ਧੰਨਾ ਸਿੰਘ ਜੀ ਦੀ ਇਹ ਸਾਖੀ ਪਹਿਲਾਂ ਵੀ ਲਿਖੀ ਹੈ, ਪਰ ਇਹ ਸਾਖੀ ਮੁਨਸ਼ੀ ਜੀ ਦੀ ਲਿਖਤ ਵਿੱਚ ਵੀ ਹੈ। ਸਾਖੀ ਨੰਬਰ 23। ਕਰੋ ਕਿਰਪਾ ਭਰਮ ਚੁਕਈ, ਮੈਂ ਸੁਮਤ ਦੇ ਸਮਝਾਈ। ਨਾਭਾ ਅਨਵਰ ਜੀ ਨੂੰ ਨਸੀਹਤ। ਮੁਨਸ਼ੀ ਹਰਦੇਤ ਸਿੰਘ ਜੀ ਦੀ ਰਿਆਸਤ ਨਾਭਾ ਦੇ ਅਨਵਰ ਜੀ ਦੇ ਨਾਨਾ ਸਰਦਾਰ ਪ੍ਰੇਮ ਸਿੰਘ ਜੀ ਦੇ ਨਾਲ ਕਾਫੀ ਨੇੜਤਾ ਸੀ। ਉਹਨਾਂ ਦੇ ਪਿਆਰ ਕਰਕੇ ਮੁਨਸ਼ੀ ਜੀ ਨਾਭੇ ਦੇ ਅਨਵਰ ਜੀ ਨੂੰ ਬਾਬਾ ਜੀ ਦੀਆਂ ਸ਼ਕਤੀਆਂ ਬਾਰੇ ਦੱਸਦੇ ਰਹਿੰਦੇ ਸਨ। ਮਹਾਰਾਜਾ ਹੀਰਾ ਸਿੰਘ ਜੀ ਡੇਰਾ ਰੂਮੀ ਵਾਲਾ ਭੁੱਚੋ ਕਲਾਂ ਵਿਖੇ ਬਾਬਾ ਜੀ ਦੀ ਸੇਵਾ ਵਿੱਚ ਭੇਟਾਂ ਭੇਜਿਆ ਕਰਦੇ ਸਨ, ਪਰ ਮਹਾਂਪੁਰਖ ਬਾਬਾ ਜੀ ਸਵੀਕਾਰ ਨਹੀਂ ਕਰਦੇ ਸਨ। ਮਹਾਰਾਜਾ ਸਾਧਾਂ ਸੰਤਾਂ ਦਾ ਸੰਗੀ ਤਾਂ ਜ਼ਰੂਰ ਸੀ, ਪਰ ਇਹ ਵਿਚਾਰ ਅੰਦਰ ਰੱਖਦਾ ਸੀ ਕਿ ਸਾਧੂ ਸੰਤ ਹੋਣ ਵਾਲੀ ਤਕਲੀਫ ਪਹਿਲਾਂ ਕਿਉਂ ਨਹੀਂ ਦੱਸਦੇ, ਤਾਂ ਕਿ ਉਸ ਦਾ ਉਪਾਅ ਹੋ ਸਕੇ। ਪੁੰਨ ਦਾਨ ਕਰਕੇ
ਆਉਣ ਵਾਲੀ ਤਕਲੀਫ ਤੋਂ ਛੁਟਕਾਰਾ ਪਾਇਆ ਜਾ ਸਕੇ। ਮੁਨਸ਼ੀ ਜੀ ਲਿਖਦੇ ਹਨ ਕਿ ਇਹ ਰਾਜੇ ਮਹਾਰਾਜੇ ਮਹਾਂਪੁਰਸ਼ਾਂ ਵੱਲੋਂ ਕੀਤੀ ਭਵਿੱਖਬਾਣੀ ਨੂੰ ਪਹਿਲਾਂ ਤਾਂ ਬਕਵਾਸ ਹੀ ਸਮਝਦੇ ਹਨ, ਪਰ ਜਦ ਤਕਲੀਫ ਹੋ ਜਾਂਦੀ ਹੈ ਫਿਰ ਬੰਦੇ ਭੇਜ ਭੇਜ ਕੇ ਭੁੱਲਾਂ ਬਖਸ਼ਾਉਂਦੇ ਹਨ ਅਤੇ ਤਕਲੀਫਾਂ ਤੋਂ ਰਾਹਤ ਪਾਉਣ ਲਈ ਉਪਾਅ ਪੁੱਛਦੇ ਰਹਿੰਦੇ ਹਨ। ਜਿਵੇਂ ਮਹਾਰਾਜਾ ਭੁਪਿੰਦਰ ਸਿੰਘ ਜੀ ਬਾਅਦ ਵਿੱਚ ਵਜ਼ੀਰ ਤੇ ਸੰਬੰਧੀ ਭੇਜਦੇ ਰਹੇ। ਨਾਭਾ ਵਾਲੇ ਮਹਾਰਾਜਾ ਦਾ ਟਿੱਕਾ ਰੂਪਦਮਨ ਸਿੰਘ ਕਸ਼ਟ ਨਿਵਾਰਨ ਲਈ ਸੇਵਾਵਾਂ ਪੁੱਛਦਾ ਰਿਹਾ। ਉਪਰੋਕਤ ਸਿੱਖਿਆ ਬਾਬਾ ਜੀ ਨੇ ਨਾਭਾ ਰਿਆਸਤ ਦੇ ਅਨਵਰ ਸਾਹਿਬ ਨੂੰ ਦਿੱਤੀ ਤਾਂ ਕਿ ਜੋ ਤਕਲੀਫਾਂ ਵਡੇਰਿਆਂ ਨੇ ਬੇਸਮਝੀ ਵਿੱਚ ਝੱਲੀਆਂ ਹਨ ਉਹ ਦੁਹਰਾਈਆਂ ਨਾ ਜਾਣ। ਸੰਤ ਮਹਾਂਪੁਰਖ ਤਾਂ ਪਰਉਪਕਾਰੀ ਨਿਰਵੈਰ ਹੁੰਦੇ ਹਨ। ਦਿਆਲਤਾ ਦੇ ਘਰ ਵਿੱਚ ਆ ਕੇ ਸਰਬੱਤ ਦਾ ਭਲਾ ਲੋਚਦੇ ਹਨ। ਮਹਾਂਪੁਰਖ ਤਾਂ ਦੁਨੀਆ ਦੇ ਕਸ਼ਟ ਨਿਵਾਰਨ ਪਰਮਾਤਮਾ ਦੀ ਹੋਂਦ ਨੂੰ ਦਰਸਾਉਣ ਲਈ ਹੀ ਅਵਤਾਰ ਧਾਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।